Hello students, today we are going to start statistical series. बहुत ज़्यादा इंपॉर्टेंट है स्टैटिकल सीरीज़। ठीक है, इनके रिलेटेड ਆਪਾਂ न्यूमेरिकल भी करांगे। फस्ट ऑफ ऑल ਅੱਜ ਆਪਾਂ ਥਿਊਰੀ ਕਰਾਂਗੇ ਕੀ ਹੈ ਸਟੈਟਿਕਲ ਥਿਊਰੀ ਇਕਨੋਮਿਕਸ ਦੇ ਵਿੱਚ ਜੋ ਆਪਾਂ ਚੈਪਟਰ ਕਰ ਰਹੇ ਸੀ। ਠੀਕ ਹੈ, ਉਹਦੀ ਸਟੈਟਿਕਲ ਸੀਰੀਜ਼ ਹੈ। ਸੀਰੀਜ਼ ਦੇ ਵਿੱਚ ਆਪਾਂ ਸਹੀ ਤਰੀਕੇ ਨਾਲ ਸੀਰੀਜ਼ ਮਤਲਬ ਉਹਨੂੰ ਸੀਕੁਐਂਸ ਦੇ ਵਿੱਚ ਪ੍ਰੋਪਰ ਉਹਨੂੰ ਆਪਾਂ ਕਲਾਸੀਫਾਈ ਕਰਨਾ ਰॉ ਡਾਟਾ ਜਿੰਨਾ ਵੀ ਹੁੰਦਾ ਵਾ। ਠੀਕ ਹੈ, ਪ੍ਰੋਪਰ ਸੀਕੁਐਂਸ ਦੇ ਵਿੱਚ ਲਗਾ ਦੇਣਾ। ਜਿੱਦਾਂ ਆਪਾਂ ਕੀ ਹੈ ਹੁਣ ਜਾਂ ਤਾਂ ਕਲਾਸ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਆਪਣੇ ਕੋਲੇ ਸਟੂਡੈਂਟਸ ਆਪਾਂ ਕੀ ਲੈਣ ਲੱਗੇ ਉਹਨਾਂ ਦੇ ਨੇਮ ਅਲਫਾਬੈਟਿਕਲੀ ਕਿ ਜਿਹਦਾ ਨੇਮ ਜਿੰਨੇ ਵੀ ਪਰਸਨ ਮੰਨ ਲਓ 3 ਪਰਸਨ ਏ ਨਾਮ ਦੇ ਹੈ ਉਹਨਾਂ ਦੇ ਨੇਮ ਆਪਾਂ ਸੀਕੁਐਂਸ ਦੇ ਅਕੋਰਡਿੰਗ ਲਿਖਾਂਗੇ। ਫਿਰ ਉਸ ਤੋਂ ਬਾਅਦ ਵਿੱਚ ਆਪਾਂ B ਸਟਾਰਟ ਕਰਾਂਗੇ। ਠੀਕ ਹੈ, ਇਹ ਕੀ ਹੈ ਸਟੈਟਿਕਲ ਸੀਰੀਜ਼ ਜਾਂ ਨੂਮੈਰੀਕਲ ਫਾਰਮ ਦੇ ਵਿੱਚ ਗੱਲ ਕਰੀਏ 1 2 ਜਿੰਨੇ ਵੀ ਆਪਾਂ ਕਹਿ ਸਕਦੇ ਨੰਬਰਸ ਦੇ ਵਿੱਚ ਕਿ ਫਸਟ ਆਪਣਾ ਨੰਬਰ 1 2 3 ਇਸ ਤਰੀਕੇ ਨਾਲ। ਠੀਕ ਹੈ, ਇਹ ਤਾਂ ਹੈਗੀ ਆਪਣੀ ਸਟੈਟਿਕਲ ਸੀਰੀਜ਼ ਜਿਹਨੂੰ ਆਪਾਂ ਸੀਕੁਐਂਸ ਦੇ ਅਕੋਰਡਿੰਗ ਲਗਾਉਂਦੇ ਹਾਂ। ਹੁਣ ਆਪਣੇ ਕੋਲ ਕੀ ਹੈ ਟਾਈਪਸ ਆਫ ਸੀਰੀ। ਇਹ ਮਤਲਬ ਜਿਹੜੀ ਆਪਣੀ ਸਟੈਟਿਕਲ ਸੀਰੀ ਅੱਗੇ ਦੀਆਂ ਟਾਈਪਸ ਹੈ ਇਹ 2 ਟਾਈਪਸ ਦੀਆਂ ਹੁੰਦੀਆਂ ਵਾ। ਇੱਕ ਤਾਂ ਆਪਾਂ ਨੂਮੈਰੀਕਲ ਫਾਰਮ ਦੇ ਵਿੱਚ ਉਹਨੂੰ ਕੰਸਟਰਕਟ ਕਰਨਾ ਮੈਜ਼ਰ ਕਰਨਾ ਤੇ ਇੱਕ ਕਰੈਕਟਰਿਸਟਿਕ ਦੇ ਬਿਹਾਫ ਤੇ। ਤੇ ਇਹ ਜਿਹੜਾ ਮੈਜ਼ਰਮੈਂਟਸ ਹੈ ਇਹ ਵੀ 2 ਤਰ੍ਹਾਂ ਦਾ ਹੁੰਦਾ ਵਾ, ਇੰਡੀਵਿਜੂਅਲ ਸੀਰੀ ਫ੍ਰੀਕੁਐਂਸੀ। ਇਹਦੇ ਬੇਸ 'ਤੇ ਆਪਣੇ ਕੋਲ ਨੂਮੈਰੀਕਲ ਹੋਣਗੇ। ਫ੍ਰੀਕੁਐਂਸੀ ਨੂੰ ਵੀ ਆਪਾਂ 2 ਪਾਰਟਸ ਦੇ ਵਿੱਚ ਵੰਡਿਆ, ਡਿਸਕ੍ਰੀਟ ਐਂਡ ਕੰਟੀਨਿਊਸ। ਇਹਨਾਂ ਤਿੰਨਾਂ ਨੂੰ ਵੀ ਆਪਾਂ ਵੰਡਿਆ ਟਾਈਮ, ਸਪੈਸ਼ਲ ਐਂਡ ਕੰਡੀਸ਼ਨ। ਫਸਟ ਅੱਜ ਆਪਾਂ ਡਿਸਕਸ ਇਹਦੇ ਬਾਰੇ ਹੀ ਕਰਾਂਗੇ ਮੈਜ਼ਰਮੈਂਟ ਆਫ ਕੰਸਟਰਕਸ਼ਨ। ਠੀਕ ਹੈ, ਕਿ ਆਪਾਂ ਜਿਹੜੀ ਬੇਸਿਸ ਆਫ ਨੂਮੈਰੀਕਲ ਮੈਜ਼ਰਮੈਂਟ ਹੈ ਇਹਦੇ ਰਿਲੇਟਡ ਡਿਸਕਸ ਕਰਾਂਗੇ ਜਾਂ ਨੈਕਸਟ ਵੀਡੀਓ 'ਚ ਕਰਾਂਗੇ। ਫਸਟ ਆਪਣੇ ਕੋਲ ਕੀ ਹੈ ਔਨ ਦੀ ਬੇਸਿਸ ਆਫ ਕੰਸਟਰਕਸ਼ਨ ਦੇ ਬਿਹਾਫ 'ਤੇ ਹੈ। ਫਸਟ ਆਪਣੇ ਕੋਲ ਕੀ ਹੈ ਇੰਡੀਵਿਜੂਅਲ ਸੀਰੀ। ਇੰਡੀਵਿਜੂਅਲ ਸੀਰੀ ਹੈ ਮਤਲਬ ਇਕੱਲੇ ਪਰਸਨ ਦੀ ਇੱਕ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਨੇ ਇੰਡੀਵਿਜੂਅਲ ਸੀਰੀ ਕਿ ਇੱਕ ਪਰਸਨ ਦੀ ਇਨਵੋਲਵ ਹੁੰਦੀ ਹੈ ਕਿ ਆ ਸੀਰੀਜ਼ ਔਰ ਆਰਡਰ ਐਰੇ ਹੂ ਆਈਟਮਸ ਆਰ ਲਿਸਟਡ ਸਿੰਗਲੀ। ਦੇਖੋ ਸਿੰਗਲੀ ਹੈ ਨਾ ਕਿ ਇਕੱਲਾ ਪਰਸਨ ਉਹ ਹੁੰਦੀਆਂ ਵਾ ਉਹਨੂੰ ਆਪਾਂ ਆਫਟਰ ਕਲੈਕਸ਼ਨ ਆਫ ਡਾਟਾ ਇਜ਼ ਨੋਨ ਐਜ਼ ਇੰਡੀਵਿਜੂਅਲ ਸੀਰੀਜ਼। ਜਦੋਂ ਉਹਨੂੰ ਕਲੈਕਟ ਕਰ ਲੈਂਦੇ ਹਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਇੰਡੀਵਿਜੂਅਲ ਸੀਰੀਜ਼ ਕਿ ਇਕੱਲੇ ਪਰਸਨ ਦੀ ਸੀਰੀਜ਼ ਜਿੰਨੀ ਹੈ। ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਕੀ ਹੈ ਸਾਰੀਆਂ ਆਈਟਮਸ ਸ਼ੋ ਕੀਤੀਆਂ ਜਾਂਦੀਆਂ ਉਹ ਵੀ ਅਲੱਗ-ਅਲੱਗ ਤਰੀਕੇ ਨਾਲ ਇਕੱਲੇ ਪਰਸਨ ਦੀ ਕੀਤੀ ਜਾਊਗੀ। ਜਿਵੇਂ ਫੋਰ ਐਗਜ਼ਾਮਪਲ ਦ ਮਾਰਕਸ ਓਬਟੇਨਡ ਬਾਈ 20 ਸਟੂਡੈਂਟ ਇਨ ਸਬਜੈਕਟ ਵਿਲ ਫॉर्म ਐਨ ਇੰਡੀਵਿਜੂਅਲ ਸੀਰੀਜ਼ ਕਿ 20 ਸਟੂਡੈਂਟਸ ਨੇ ਕੀਤੇ ਹੈ ਆਪਾਂ ਇਕੱਲੇ ਸਟੂਡੈਂਟ ਦਾ ਨੇਮ ਲਿਖ ਕੇ ਦੱਸਾਂਗੇ ਕਿ ਇਹ ਸਟੂਡੈਂਟ ਦੇ ਇੰਨੇ ਮਾਰਕਸ ਆਏ ਹੈ। ਠੀਕ ਹੈ, ਇਸ ਸਬਜੈਕਟ ਦੇ ਵਿੱਚੋਂ ਅਲੱਗ-ਅਲੱਗ ਸਬਜੈਕਟ ਦੇ ਵਿੱਚੋਂ। ਇੰਡੀਵਿਜੂਅਲ ਸੀਰੀ ਡਾਟਾ ਕੈਨ ਬੀ ਅਰੇਂਜ ਇਨਟੂ 2 ਵੇਜ਼। 2 ਤਰੀਕੇ ਨਾਲ ਕੀਤਾ ਜਾਂਦਾ ਵਾ, ਸੀਰੀਅਲ ਨੰਬਰ ਦੇ ਵਿੱਚ ਤੇ ਅਸੈਂਡਿੰਗ ਐਂਡ ਡਿਸੈਂਡਿੰਗ ਦੇ ਵਿੱਚ। ਫਸਟ ਆਪਣੇ ਕੋਲ ਸੀਰੀਅਲ ਉਵੇਂ ਸੀਕੁਐਂਸ ਦੇ ਅਕੋਰਡਿੰਗ ਆਪਾਂ ਲਗਾਉਣਾ। ਇਹ ਡਾਟਾ ਕੀ ਹੈ ਅਰੇਂਜ ਕਰਦਾ ਅਕੋਰਡਿੰਗ ਟੂ ਸੀਰੀਅਲ ਨੰਬਰ। ਫੋਰ ਐਗਜ਼ਾਮਪਲ ਮਾਰਕਸ ਆਫ 20 ਸਟੂਡੈਂਟ ਆਫ ਕਲਾਸ ਵਿਲ ਬੀ ਅਰੇਂਜ ਟੂ ਵਿਲ ਦੇਅਰ ਔਰ ਟੂ ਦੇਅਰ ਰੋਲ ਨੰਬਰ। ਉਹਨਾਂ ਦੇ ਰੋਲ ਨੰਬਰ ਦੇ ਅਕੋਰਡਿੰਗ ਆਪਾਂ ਅਰੇਂਜ ਕੀਤਾ। ਜੇ ਆਪਾਂ ਅਲਫਾਬੈਟਿਕਲੀ ਗੱਲ ਕਰਦੇ ਮਤਲਬ ਫਿਰ ABC ਦੇ ਅਕੋਰਡਿੰਗ ਹੋਣਾ ਸੀ ਕਿ ਜਿੰਨੇ ਪਰਸਨ A ਵਾਲੇ ਆ ਫਿਰ B C ਇਸ ਤਰੀਕੇ ਨਾਲ ਉਹਨਾਂ ਦੇ ਮਾਰਕਸ ਦੱਸਦੇ ਸੀ। ਇਹ ਕੀ ਹੈ ਰੋਲ ਨੰਬਰ ਦੇ ਅਕੋਰਡਿੰਗ ਹੈ ਕਿ ਜਿੱਦਾਂ ਫਸਟ ਵਾਲੇ ਦੇ 40 ਆਏ ਆ, 2 ਵਾਲੇ ਦੇ 43 ਐਂਡ ਸੋ ਔਨ। ਇਸ ਤਰੀਕੇ ਨਾਲ 20 ਵਾਲੇ ਦੇ 60 ਮਤਲਬ ਇਸ ਤਰੀਕੇ ਨਾਲ ਆਪਾਂ ਰੋਲ ਨੰਬਰ ਲਿਖ ਲਏ। ਉਸ ਅਕੋਰਡਿੰਗ ਆਪਾਂ ਨੂੰ ਦੱਸੇ ਗਏ ਆ ਕਿ ਸੀਰੀਅਲ ਬਿਹਾਫ 'ਤੇ ਕਿਹਦੇ ਬਿਹਾਫ 'ਤੇ ਦੱਸੇ ਗਏ ਸੀਗੇ ਰੋਲ ਨੰਬਰ ਦੇ ਬਿਹਾਫ 'ਤੇ। ਹੁਣ ਨੈਕਸਟ ਆਪਣੇ ਕੋਲ ਕੀ ਹੈ ਔਨ ਦੀ ਬੇਸਿਸ ਆਫ ਅਰੇਂਜਮੈਂਟ ਆਫ ਡਾਟਾ ਨੂੰ ਅਰੇਂਜ ਕਰਨਾ ਕਿਸ ਫਾਰਮ ਦੇ ਵਿੱਚ ਅਸੈਂਡਿੰਗ ਤੇ ਡਿਸੈਂਡਿੰਗ ਨੂੰ। ਜਿਹੜੇ ਐਲੀਮੈਂਟਸ ਹੈ ਇੰਡੀਵਿਜੂਅਲ ਸੀਰੀਜ਼ ਦੇ ਵਿੱਚ। ਹੁਣ ਅਸੈਂਡਿੰਗ ਕੀ ਅਰੇਂਜਮੈਂਟ ਇਨ ਅਸੈਂਡਿੰਗ ਆਰਡਰ। ਅਸੈਂਡਿੰਗ ਕੀ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਛੋਟਾ ਪਾਰਟ ਲੈਣਾ ਕੀ ਹੈ ਸਮੋਲੈਸਟ ਵੈਲਿਊ ਲੈਣੀ ਹੈ। ਫਿਰ ਉਸ ਤੋਂ ਬਾਅਦ ਵਿੱਚ ਆਪਾਂ ਲਾਰਜਰ ਵੈਲਿਊਜ਼ ਅਰੇਂਜ ਕਰੀ ਜਾਣੀਆਂ। ਜਿਵੇਂ ਆਪਣਾ ਆਪਾਂ ਸ਼ੋ ਕੀਤਾ ਵਾ ਅਸੈਂਡਿੰਗ ਆਰਡਰਸ ਦੇ ਵਿੱਚ ਫਸਟ 20 ਫਿਰ 28 ਅਗਰ ਰਿਪੀਟ ਹੋ ਰਿਹਾ ਫਿਰ 28 ਫਿਰ 30 31 ਇਸ ਤਰੀਕੇ ਨਾਲ। ਠੀਕ ਹੈ, ਐਂਡ ਸੋ ਔਨ ਆਪਾਂ ਲਿਖਾਂਗੇ। ਇਹ ਕੀ ਆਪਣੇ ਕੋਲੇ ਅਸੈਂਡਿੰਗ ਆਰਡਰ ਕਿ ਸਭ ਤੋਂ ਪਹਿਲਾਂ ਆਪਾਂ ਛੋਟਾ ਲਿਖਣਾ ਵਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ। ਠੀਕ ਹੈ, ਇਸ ਤਰੀਕੇ ਨਾਲ ਲਿਖਾਂਗੇ। ਨੈਕਸਟ ਅਰੇਂਜਮੈਂਟ ਇਨ ਡਿਸੈਂਡਿੰਗ ਆਰਡਰ। ਇਹ ਦੋਨੋਂ ਓਪੋਜ਼ਿਟ ਹੈ। ਅਸੈਂਡਿੰਗ 'ਚ ਸਭ ਤੋਂ ਪਹਿਲਾਂ ਛੋਟਾ ਲਿਖਣਾ, ਡਿਸੈਂਡਿੰਗ 'ਚ ਪਹਿਲਾਂ ਕੀ ਲਿਖਣਾ ਸਭ ਤੋਂ ਪਹਿਲਾਂ ਵੱਡਾ ਲਿਖਣਾ। ਹਾਈਐਸਟ ਵੈਲਿਊ ਇੱਥੇ ਰਿਟਰਨ ਕਰਨੀ ਹੈ ਬਾਅਦ ਵਿੱਚ ਉਸ ਤੋਂ ਬਾਅਦ 'ਚ ਆਪਾਂ ਛੋਟੀਆਂ ਵੈਲਿਊਜ਼ ਅਰੇਂਜ ਕਰਨੀਆਂ ਸੀਕੁਐਂਸ ਦੇ ਅਕੋਰਡਿੰਗ। ਇਹ ਵੀ ਜਿੱਦਾਂ ਹੁਣ ਆਪਣੇ ਕੋਲ ਕੀ ਹੈ ਫਸਟ ਆਪਾਂ ਵੈਲਿਊ ਵੱਡੀ ਜਿਹੜੀ ਲਈ 60 ਫਿਰ ਉਸ ਤੋਂ ਛੋਟੀ 54 ਫਿਰ ਉਸ ਤੋਂ ਛੋਟੀ 45 ਫਿਰ ਉਸ ਤੋਂ ਛੋਟੀ 43 ਇਸ ਤਰੀਕੇ ਨਾਲ ਆਪਾਂ ਉਹਨੂੰ ਅਰੇਂਜ ਕਰਨਾ। ਇਸ ਤਰੀਕੇ ਨਾਲ ਉਹਨੂੰ ਆਪਾਂ ਲਿਖਣਾ ਵਾ। ਨੈਕਸਟ ਵਨ ਕੀ ਹੈ ਫ੍ਰੀਕੁਐਂਸੀ ਡਿਸਟਰੀਬਿਊਸ਼ਨ। ਫ੍ਰੀਕੁਐਂਸੀ ਕੀ ਹੈ ਫ੍ਰੀਕੁਐਂਸੀ ਨੂੰ ਆਪਾਂ F ਨਾਲ ਡਿਨੋਟ ਕਰਾਂਗੇ। ਠੀਕ ਹੈ, ਇਹ ਕੀ ਆਪਣੇ ਕੋਲ ਦਾ ਨੰਬਰ ਆਫ ਆਈਟਮਸ ਰਿਪੀਟ ਇਟ ਸੈਲਫ ਇਟ ਅਕਰ ਇਨ ਗਿਵਨ ਸੈਟ ਆਫ ਡਾਟਾ। ਜੇ ਰਿਪੀਟਸ ਹੁੰਦੀਆਂ ਮੰਨ ਲਓ ਆਪਣੇ ਕੋਲ 22 ਟਾਈਮਸ ਆਇਆ ਵਾ ਤਾਂ ਮਤਲਬ ਜਿਹੜਾ 20 ਹੈ ਠੀਕ ਹੈ ਉਸ ਤਰੀਕੇ ਨਾਲ ਲਿਖਾਂਗੇ। ਉਹਨੂੰ ਆਪਾਂ ਕੀ ਬੋਲ ਦਾਂਗੇ ਫ੍ਰੀਕੁਐਂਸੀ ਡਿਸਟਰੀਬਿਊਸ਼ਨ। ਹੁਣ ਕੀ ਹੈ ਫੋਰ ਇੰਟੈਂਸ ਐਗਜ਼ਾਮਪਲ ਕੀ ਹੈ ਇਨ ਅਬਵ ਟੇਬਲ ਆਫ 28 ਇਜ਼ ਰਿਪੀਟਡ 2 ਟਾਈਮਸ।
ਹੁਣ ਆਪਣੇ ਕੋਲੇ 28 ਜਿਹੜਾ ਆਪਾਂ ਟੇਬਲ ਹੁਣੇ ਕਰਕੇ ਹਟਿਆ ਮਤਲਬ ਅਸੈਂਡਿੰਗ ਤੇ ਡਿਸੈਂਡਿੰਗ ਦੇ ਵਿੱਚ ਉਹਦੇ ਵਿੱਚ ਆਪਣੇ ਕੋਲ 28 ਦੋ ਵਾਰੀ ਆਇਆ ਸੀਗਾ ਨਾ, ਉਹਨੂੰ ਆਪਾਂ ਲਿਖਤਾ। ਇਟ ਮੀਨਸ ਫ੍ਰੀਕੁਐਂਸੀ ਆਫ 28 ਇਜ਼ 2, ਜਿਹੜੀ 28 ਦੀ ਫ੍ਰੀਕੁਐਂਸੀ ਕਿੰਨੀ ਬਣੂਗੀ 2। ਨੈਕਸਟ ਡਿਸਟ੍ਰੀਬਿਊਸ਼ਨ ਆਪਾਂ ਫ੍ਰੀਕੁਐਂਸੀ ਦੀ ਕਰਤੀ, ਇਹਨੂੰ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਗਿਆ, ਡਿਸਕ੍ਰੀਟ ਐਂਡ ਕੰਟੀਨਿਊਸ। ਡਿਸਕ੍ਰੀਟ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਦੇ ਵਿੱਚ ਕੀ ਹੈ ਕਿ ਜਿਹੜਾ ਟੇਬਲ ਦੇ ਵਿੱਚ ਆ ਕਿ ਆਪਾਂ ਡਿਫਰੈਂਟ ਵੈਲਿਊਜ਼ ਇਹਨੂੰ ਸ਼ੋ ਕਰਾਂਗੇ, ਠੀਕ ਹੈ, ਜਿਹੜੀਆਂ ਵੀ ਆਪਾਂ ਰਿਟਰਨ ਕਰਾਂਗੇ ਕਿ ਫॉर ਕਾਊਂਟਿੰਗ ਦਾ ਫ੍ਰੀਕੁਐਂਸੀ ਆਫ ਵੈਲਿਊਜ਼ ਇਨ ਗਿਵਨ ਡਾਟਾ ਟੈਲੀ ਬਾਰਸ ਆਰ ਯੂਜ਼, ਜਿਹਦੇ ਵਿੱਚ ਆਪਾਂ ਟੈਲੀ ਬਾਰਸ ਯੂਜ਼ ਕਰਾਂਗੇ। ਵੈਨ ਅ ਵੈਲਿਊ ਅਕਰ 1 ਟਾਈਮ, ਜੇ ਵੈਲਿਊ ਇੱਕ ਟਾਈਮ ਅਕਰ ਹੁੰਦੀ ਹੈ, ਠੀਕ ਹੈ, ਵੈਨ ਟੈਲੀ ਬਾਰ ਇਜ਼ ਪੁੱਟ ਅਗੇਂਸਟ ਦੈਟ ਨੰਬਰ, ਫਿਰ ਅਗੇਂਸਟ ਨੰਬਰ ਆਪਾਂ ਇੱਦਾਂ ਹੀ ਉਹ ਕਹਿੰਦੇ ਕਿ ਦਿਸ ਕੰਟੀਨਿਊ ਟਿਲ ਦਾ ਵੈਲਿਊ ਅਕਰ ਅਪ ਟੂ 4 ਟਾਈਮ, ਜੇ 4 ਟਾਈਮ ਹੋ ਗਈ, ਮੰਨ ਲਓ ਆ 4th ਟਾਈਮ ਅਕਰ ਹੋ ਰਹੀ ਹੈ, ਜਦੋਂ 5th ਟਾਈਮ ਅਕਰ ਹੋਊਗੀ, 5th ਟਾਈਮ ਅਕਰ ਹੋਊਗੀ, ਠੀਕ ਹੈ, ਤਾਂ ਉਦੋਂ ਕੀ ਹੈ ਆਪਾਂ ਇੱਕ ਲਾਈਨ ਲਗਾਵਾਂਗੇ, ਜਾਂ ਤਾਂ ਉਹ ਹੋਰੀਜੈਂਟਲ ਇਸ ਤਰੀਕੇ ਨਾਲ, ਜਾਂ ਆਪਾਂ ਕਿਸੇ ਵੀ ਤਰੀਕੇ ਨਾਲ ਡਰਾਅ ਕਰ ਸਕਦੇ ਹਾਂ, ਉਹਨੂੰ ਆਪਾਂ ਕੀ ਬੋਲਦੇ ਹਾਂ, ਬਲੌਕ ਬੋਲਦੇ ਹਾਂ। ਇਹ ਕੀ ਬਣ ਗਿਆ, ਇੱਕ ਆਪਣਾ ਬਲੌਕ ਬਣ ਗਿਆ। ਫਿਰ ਨੈਕਸਟ ਇੱਦਾਂ ਹੀ ਅਗਰ 6th ਲਾਈਨ ਰਿਪੀਟ ਹੁੰਦੀ ਹੈ, ਫਿਰ ਇਹਦੀ ਬਲੌਕ ਦੇ ਨੀਅਰ ਅਬਾਊਟ ਆਪਾਂ ਇੱਕ ਲਾਈਨ ਹੋਰ ਲਗਾਵਾਂਗੇ ਅਗਰ ਆਪਣੇ ਕੋਲੇ 6th ਲਾਈਨ ਅਕਰ ਹੁੰਦੀ ਹੈ। ਇਹ ਕੀ ਹੈ, ਡਿਸਕ੍ਰੀਟ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ, ਜਿਹਦੇ ਵਿੱਚ ਆਪਣਾ ਟੈਲੀ ਬਾਰ ਆਉਂਦਾ। ਜਿੱਦਾਂ ਆਪਣੇ ਕੋਲੇ ਕੀ ਹੈ ਡਿਸਕ੍ਰੀਟ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੈਲੀ ਬਾਰ ਆਇਆ ਮਾਰਕਸ ਇਨ ਸਟੈਟਿਕਸ, ਇਹ ਜਿੱਦਾਂ ਆਪਣੇ ਕੋਲੇ x ਆ 20 25 30 ਇਸ ਤਰੀਕੇ ਨਾਲ, ਠੀਕ ਹੈ। ਨੰਬਰਸ ਆਫ ਸਟੂਡੈਂਟ ਦਾ ਟੈਲੀ ਬਾਰ ਹੋਣਾ, ਦੇਖੋ ਆਪਣੇ ਕੋਲੇ ਕੀ ਹੈ 4 ਹੈ ਨਾ, ਤਾਂ ਆਪਾਂ 4 ਇਸ ਤਰੀਕੇ ਨਾਲ ਇਹਨੂੰ ਆਪਾਂ ਸ਼ੋ ਕਰ ਦਾਂਗੇ। ਹੁਣ ਆ 6 ਹੈ, 6 ਆਪਾਂ ਕੀ ਗੱਲ ਕੀਤੀ ਸੀ ਕਿ ਜਦੋਂ 4 ਟਰਮਸ ਹੋ ਜਾਣ, ਜਦੋਂ ਆਪਾਂ 5th ਟਾਈਮ ਲਗਾਉਣੀ ਹੈ, 5th ਆਪਾਂ ਲਾਈਨ ਲਗਾਵਾਂਗੇ, ਉਹਨੂੰ ਆਪਾਂ ਹੌਰੀਜੈਂਟਲ ਜਾਂ ਵਰਟੀਕਲ ਫਾਰਮ ਦੇ ਵਿੱਚ ਲਿਖ ਦਾਂਗੇ ਤੇ 6 ਇਹ ਕੀ ਬਣ ਜੂ ਆਪਣਾ ਬਲੌਕ। ਤੇ ਫਿਰ ਹੁਣ ਆਪਾਂ 6 ਟਰਮ ਲਿਖਣੀ ਆ, ਉਹਦੇ ਨੀਅਰ ਅਬਾਊਟ ਹੀ ਆਪਾਂ ਮੈਂਸ਼ਨ ਕਰ ਦਾਂਗੇ। ਹੁਣ ਇਸ ਤਰੀਕੇ ਨਾਲ ਹੀ 8 ਆਪਾਂ ਮੈਂਸ਼ਨ ਕਰਨੀ ਹੈ ਤੇ ਉਹ ਇਸ ਤਰੀਕੇ ਨਾਲ ਕਰਾਂਗੇ, ਠੀਕ ਹੈ। ਦੈਨ ਫਿਰ ਆਪਾਂ ਅਗੇਨ 4, ਫਿਰ ਅਗੇਨ 4 ਐਂਡ ਦੈਨ 5, ਇਹ ਕੀ ਆਪਣਾ ਬਣ ਗਿਆ ਇੱਕ ਬਲੌਕ ਬਣ ਗਿਆ। ਇਹ ਕੀ ਸੀ ਆਪਣੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ। ਹੁਣ ਅੱਗੇ ਆਪਣੇ ਕੋਲ ਕੀ ਹੈ ਕੰਟੀਨਿਊਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ। ਕੰਟੀਨਿਊਸ ਹੈ ਇਹ ਜੋ ਲਗਾਤਾਰ ਆਪਾਂ ਬੋਲਦੇ ਹਾਂ। ਇੱਕ ਹੈ ਆ ਫ੍ਰੀਕੁਐਂਸੀ ਸੀਰੀਜ਼ ਮੇਡ ਆਫ ਕੰਟੀਨਿਊਸ ਵੇਰੀਏਬਲ ਇਨ ਟਰਮਸ ਆਫ ਕਲਾਸ ਇੰਟਰਵਲ, ਇਹਨਾਂ ਵਿੱਚ ਇੰਟਰਵਲਸ ਹੁੰਦੇ ਹੈ, ਇਜ਼ ਕਾਲਡ ਕੰਟੀਨਿਊਸ ਫ੍ਰੀਕੁਐਂਸੀ। ਮਤਲਬ ਗਰੁੱਪਸ ਦੇ ਵਿੱਚ ਹੁੰਦੇ ਇੰਟਰਵਲ, ਇਹਨਾਂ ਨੂੰ ਬੋਲ ਦਿੰਦੇ ਆ ਜਿਨ੍ਹਾਂ ਵਿੱਚ ਸਪੇਸ ਹੁੰਦੀ ਹੈ 0 to 10, ਨੈਕਸਟ 10 to, ਇਸ ਤਰੀਕੇ ਨਾਲ ਚੱਲਦੇ ਆ, ਠੀਕ ਹੈ। ਜਾਂ ਤੁਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹੋ 0 to 5, 5 to 10, ਇਹ ਕੀ ਆਪਣੀ ਇੰਟਰਵਲਸ ਹੈ, ਨੰਬਰਸ ਆਫ ਸਟੂਡੈਂਟ ਇਹਨਾਂ ਦੇ ਸਾਹਮਣੇ ਆਪਾਂ ਮੈਂਸ਼ਨ ਕਰਤੇ। ਹੁਣ ਇਹੀ ਜਿਹੜੀ ਆਪਣੀ ਕੰਟੀਨਿਊਸ ਸੀਰੀਜ਼ ਹੈ, ਕੰਟੀਨਿਊਸ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਹੈ, ਇਹਦੇ ਕੁਝ ਪਾਰਟਸ ਹੈ ਜਿੱਦਾਂ ਆਪਣੇ ਕੋਲੇ ਕੀ ਹੈ ਬੇਸਿਕ ਕਨਸੈਪਟ ਕੰਸਰਨਿੰਗ ਕੰਟੀਨਿਊਸ ਸੀਰੀਜ਼। ਬੇਸਿਕ ਕਨਸੈਪਟ ਦੇ ਕੁਛ ਦਿੱਤੇ ਹੋਏ ਆ। ਪਹਿਲਾਂ ਕੀ ਆਪਣੇ ਕੋਲੇ ਕੰਟੀਨਿਊਸ ਵੇਰੀਏਬਲ। ਕੰਟੀਨਿਊਸ ਵੇਰੀਏਬਲ ਦੇ ਵਿੱਚ ਕੀ ਹੈ ਅ ਕੰਟੀਨਿਊਸ ਵੇਰੀਏਬਲ ਇਜ਼ ਵਨ ਵਿਚ ਕੈਨ ਟੇਕ ਵੈਲਿਊ ਵਿਦ ਦ ਸਪੈਸੀਫਾਈ ਰੇਂਜ ਆਫ ਡਾਟਾ। ਕਿ ਰੇਂਜ ਆਫ ਡਾਟਾ ਕਿਸ ਤਰੀਕੇ ਨਾਲ ਹੁਣ ਇਹਦੇ ਵਿੱਚ ਕੀ ਹੈ ਰੇਂਜ ਆਪਾਂ ਕਿਵੇਂ ਫਾਈਂਡ ਕਰਨੀ ਹੈ, ਜਿਹੜੀ ਆਪਾਂ ਡਿਸਟ੍ਰੀਬਿਊਟ ਕੀਤੀ ਜਾਂਦੀ ਡਿਸਟ੍ਰੀਬਿਊਸ਼ਨ ਆਫ ਡਿਫਰੈਂਟ ਬਿਟਵੀਨ ਦਾ ਹਾਈਐਸਟ ਵੈਲਿਊ ਐਂਡ ਦਾ ਲੋਐਸਟ ਵੈਲਿਊ। ਰੇਂਜ ਦੇ ਵਿੱਚ ਆਪਾਂ ਲੈ ਲੈਣੀ ਹੈ ਹਾਈਐਸਟ ਐਂਡ ਲੋਐਸਟ ਵੈਲਿਊ। ਰੇਂਜ ਦਾ ਫਾਰਮੂਲਾ ਕੀ ਹੈ, ਰੇਂਜ ਇਜ਼ ਇਕੁਅਲ ਟੂ ਹਾਈਐਸਟ ਮਾਈਨਸ ਲੋਐਸਟ, ਜਾਂ ਫਿਰ ਆਪਾਂ ਲਿਖ ਸਕਦੇ ਹਾਂ ਲਾਰਜੈਸਟ ਮਾਈਨਸ ਸਮੋਲੈਸਟ। ਕਿ ਜਾਂ ਤਾਂ ਸਭ ਤੋਂ ਪਹਿਲਾਂ ਵੱਡੀ ਲੈਣੀ ਹੁੰਦੀ ਹੈ, ਫਿਰ ਛੋਟੀ ਵੈਲਿਊ ਲੈਣੀ ਹੈ। ਤੇ ਇਹ ਆਪਾਂ ਨੰਬਰਸ ਆਫ ਸਟੂਡੈਂਟ ਵਿੱਚੋਂ ਕਦੇ ਨਹੀਂ ਲਈ ਜਾਂਦੀ ਗੀ, ਠੀਕ ਹੈ। ਨਹੀਂ ਤਾਂ ਕੁਐਸਚਨ ਰੋਂਗ ਹੋ ਜੂ। ਅਗਰ ਆਪਾਂ ਗੱਲ ਕਰੀਏ ਕਿ ਆਪਣੇ ਕੋਲੇ 2 ਆ, ਸਮੋਲੈਸਟ ਤੇ ਲਾਰਜੈਸਟ ਆਪਣੇ ਕੋਲੇ ਕਿੰਨੀ ਹੈ 14 ਹੈ, ਇਹ ਰੋਂਗ ਹੋ ਜੂ। ਆਪਾਂ ਕਿਹਦੇ ਵਿੱਚੋਂ ਲੈਣੀ ਹੁੰਦੀ ਹੈ ਹਮੇਸ਼ਾ, ਜਿਹੜੀ ਰੇਂਜ ਦੀ ਵੈਲਿਊ ਆ ਉਹ ਆਪਾਂ ਮਾਰਕਸ ਦੇ ਵਿੱਚੋਂ x ਦੇ ਵਿੱਚੋਂ ਲੈਣੀ ਹੁੰਦੀ ਹੈ। ਹੁਣ ਇਹਦੇ ਵਿੱਚੋਂ ਸਭ ਤੋਂ ਛੋਟੀ ਵੈਲਿਊ ਕਿੰਨੀ ਹੈ ਆਪਣੇ ਕੋਲੇ 15, ਤੇ ਜਿਹੜੀ ਲਾਰਜੈਸਟ ਵੈਲਿਊ ਕਿੰਨੀ ਹੈ 75। 75 ਮਾਈਨਸ 15 ਇਜ਼ ਇਕੁਅਲ ਟੂ ਕਿੰਨਾ ਆ ਗਿਆ ਆਪਣੇ ਕੋਲੇ 60। ਇਹ ਕਿਹਦੀ ਵੈਲਿਊ ਆ ਗਈ ਰੇਂਜ ਦੀ, ਜਿਹਨੂੰ ਆਪਾਂ x ਦੇ ਵਿੱਚੋਂ ਕੰਸੀਡਰ ਕਰਨਾ ਹੁੰਦਾ ਵਾ ਹਾਈਐਸਟ ਮਾਈਨਸ ਲੋਐਸਟ ਵੈਲਿਊ। ਨੈਕਸਟ ਹੁਣ ਆਪਣੇ ਕੋਲੇ ਕੀ ਆ ਗਿਆ ਕਲਾਸ। ਐਵਰੀ ਕਲੀਅਰਲੀ ਡਿਫਾਈਨਡ ਇੰਟਰਵਲ ਇਜ਼ ਕਾਲਡ ਕਲਾਸ। ਕਲਾਸ ਨੂੰ ਕਿੱਦਾਂ 0 to 10, 10 to 20, 20 to 30। ਇਹ ਕੀ ਆਪਣੇ ਕੋਲੇ ਆ ਗਈ ਕਲਾਸ ਆ ਗਈ। ਇਸ ਤਰੀਕੇ ਨਾਲ ਇਹਨੂੰ ਆਪਾਂ ਕੀ ਕਰ ਦੇਣਾ ਸ਼ੋ ਕਰ ਦੇਣਾ। ਦੈਨ ਆਪਣੇ ਕੋਲੇ ਕੀ ਹੈ ਕਲਾਸ ਲਿਮਿਟ। ਕਲਾਸ ਲਿਮਿਟ ਆਪਾਂ ਦੱਸਣੀ ਹੈ ਕਿਸ ਤਰੀਕੇ ਨਾਲ ਹੈ। ਕਲਾਸ ਲਿਮਿਟਸ ਆਰ ਡਿਫਾਈਨਡ ਐਜ਼ ਦਾ ਲੋਅਰ ਐਂਡ ਅਪਰ ਬਾਉਂਡਰੀਜ਼। ਦਾ ਲੋਅਰ ਲਿਮਿਟ ਇਜ਼ ਡਿਨੋਟਡ ਬਾਈ L, ਜਿਹੜੀ ਲੋਅਰ ਉਹਨੂੰ L ਤੇ ਅਪਰ ਨੂੰ U ਨਾਲ। ਹੁਣ ਇਹ ਜਿਹੜੀ ਆਪਾਂ ਗੱਲ ਕੀਤੀ ਸੀ 0 to 10, 10 to 20, ਠੀਕ ਹੈ। ਹੁਣ ਆਪਣੇ ਕੋਲੇ 0 to 10 ਹੈ, ਤਾਂ ਆਹ ਕਿਹੜੀ ਹੋ ਗਈ ਆਪਣੀ ਲੋਅਰ, ਤੇ ਇੱਧਰ ਵਾਲੀ ਆਪਣੇ ਕੋਲੇ ਕੀ ਹੋ ਗਈ ਅਪਰ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਇਹਨੂੰ ਸ਼ੋ ਕਰ ਦੇਣਾ ਜਿੰਨੀ ਵੀ ਵੈਲਿਊ ਹੈ, ਜਿੱਦਾਂ 0 to 10, 10 to 20, 20 to 30, ਇਸ ਤਰੀਕੇ ਨਾਲ ਹੈ। ਜਿਹੜੀਆਂ ਆਹ ਸਾਰੀਆਂ ਵੈਲਿਊਜ਼ ਹੁੰਦੀਆਂ ਇਹ ਕਿਹੜੀਆਂ ਆਪਣੇ ਕੋਲੇ ਲੋਅਰ ਵੈਲਿਊਜ਼, ਤੇ ਜਿਹੜੀਆਂ ਆਹ ਸਾਰੀਆਂ ਵੈਲਿਊਜ਼ ਆ ਇਹ ਕਿਹੜੀਆਂ ਆਪਣੇ ਕੋਲੇ ਅਪਰ,
ठीक है। अपर ਨੂੰ ਆਪਾਂ ਯੂ ਨਾਲ ਡਿਨੋਟ ਕਰਨਾ ਵਾ ਤੇ ਲੋਅਰ ਨੂੰ ਆਪਾਂ ਐਲ ਨਾਲ ਕਰਨਾ। ਦੈਨ ਇੰਟਰਵਲਸ, ਕਲਾਸ ਇੰਟਰਵਲ, ਇਹ ਡਿਫਰੈਂਸ ਦੇਖਿਆ ਜਾਂਦਾ ਲੋਅਰ ਐਂਡ ਅਪਰ ਦਾ, ਜਿੱਦਾਂ ਆਪਣੇ ਕੋਲ 10 to 20 ਹੈ, 20 to 30 ਇਸ ਤਰੀਕੇ ਨਾਲ। ਤੇ ਡਿਫਰੈਂਸ ਕਿਵੇਂ ਦੇਖਾਂਗੇ, ਜਿੱਦਾਂ ਹੁਣ ਆਪਣੇ ਕੋਲ ਆਪਾਂ ਇਹਨੂੰ ਸ਼ੋ ਕਰੀਏ, ਕਲਾਸ ਇੰਟਰਵਲ ਨੂੰ ਹਮੇਸ਼ਾ ਡਿਨੋਟ ਕੀਤਾ ਜਾਂਦਾ ਆਈ ਦੇ ਨਾਲ, ਠੀਕ ਹੈ। ਕਲਾਸ ਇੰਟਰਵਲ ਨੂੰ ਸ਼ੋ ਕੀਤਾ ਜਾਂਦਾ ਆਈ ਦੇ ਨਾਲ ਜਾਂ ਫਿਰ ਸੀ ਦੇ ਨਾਲ ਕੀਤਾ ਜਾਂਦਾ ਵਾ, ਦੋਨਾਂ ਵਿੱਚੋਂ ਕੋਈ ਵੀ ਆਪਾਂ ਲਿਖ ਸਕਦੇ ਹਾਂ। ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਸ਼ੋ ਕਰਾਂਗੇ, ਹੁਣ ਜਿੱਦਾਂ ਆਪਣੇ ਕੋਲ ਆਹ ਦਿੱਤੀ ਹੋਈ ਹੈ 0 to 10 ਹੈ, ਠੀਕ ਹੈ। ਤੇ ਆਪਾਂ ਲੈਣੀ ਹੈ ਡਿਫਰੈਂਸ ਲੈਣਾ ਦੋਨਾਂ ਦਾ। ਡਿਫਰੈਂਸ ਜਦੋਂ ਵੀ ਲੈਂਦੇ ਹੋ ਮਾਈਨਸ ਕੀਤਾ ਜਾਂਦਾ ਡਿਫਰੈਂਸ ਨੂੰ, ਮਤਲਬ ਅਪਰ ਮਾਈਨਸ ਲੋਅਰ ਕੀ ਹੈ 10 minus 0 is equal to 10 ਤੇ 20 minus 10 is equal to 10। ਇਸ ਤਰੀਕੇ ਨਾਲ ਆਪਾਂ ਵੈਲਿਊਜ਼ ਲਿਖ ਦੇਣੀਆਂ ਵਾ। ਨੈਕਸਟ ਹੈ ਮਿਡ ਵੈਲਿਊ। ਮਿਡ ਵੈਲਿਊ ਮਤਲਬ ਇਹਨਾਂ ਦੇ ਵਿਚਕਾਰ ਵਾਲੀ ਵੈਲਿਊ ਕਿੰਨੀ ਹੈ ਉਹ ਫਾਈਂਡ ਕਰਨੀ ਹੈ। ਮਿਡ ਵੈਲਿਊ ਲਾਈਜ਼ ਇਨ ਦਾ ਮਿਡਲ ਆਫ ਅਪਰ ਐਂਡ ਲੋਅਰ ਲਿਮਿਟ ਆਫ ਕਲਾਸ, ਠੀਕ ਹੈ। ਦੋਨਾਂ ਦੇ ਵਿਚਕਾਰ ਜਿਹੜੀ ਆਪਣੀ ਕਰਦੀ ਹੈ ਉਹਨੂੰ ਕਹਿੰਦੇ ਆ ਦੋਨਾਂ ਦੇ ਵਿਚਕਾਰ ਕਿੰਨੀ ਵੈਲਿਊ ਹੈ। ਵੈਸੇ ਤਾਂ ਆਪਾਂ ਨੂੰ ਇੱਥੇ ਕਲੀਅਰ ਹੀ ਹੋ ਰਿਹਾ ਵਾ ਦੋਨਾਂ ਦੇ ਵਿਚਕਾਰ, ਇਹ ਤਾਂ ਮਾਈਨਸ ਕੀਤੀ ਹੈ। ਦੋਨਾਂ ਦੇ ਵਿਚਕਾਰ ਇੱਥੇ ਕਿੰਨੀ ਵੈਲਿਊ ਸ਼ੋ ਹੁੰਦੀ ਪਈ ਹੈ 10 to 20 ਦੇ ਵਿਚਕਾਰ 15। ਤੇ ਠੀਕ ਹੈ, ਇਸ ਤਰੀਕੇ ਨੂੰ ਆਪਾਂ ਕਿਵੇਂ ਦੱਸ ਸਕਦੇ ਹਾਂ, ਅਗਰ ਕੁਛ ਜ਼ਿਆਦਾ ਜਿੱਦਾਂ ਪੁਆਇੰਟਸ ਦੇ ਵਿੱਚ ਦਿੱਤੀ ਹੁੰਦੀ ਹੈ ਉਹ ਆਪਾਂ ਕਈ ਵਾਰ ਨਹੀਂ ਪਤਾ ਲੱਗਦਾ, ਇਸ ਕਰਕੇ ਉਹਦਾ ਫਾਰਮੂਲਾ ਵਾ ਮਿਡ ਵੈਲਿਊ ਦਾ ਲੋਅਰ ਲਿਮਿਟ ਪਲੱਸ ਅਪਰ ਡਿਵਾਈਡ ਬਾਈ 2, ਠੀਕ ਹੈ, ਜਾਂ ਓਵਰ 2। ਹੁਣ ਲੋਅਰ ਆਪਣੇ ਕੋਲ ਲਿਮਿਟ ਮੰਨ ਲਓ ਆਪਣੇ ਕੋਲ ਕਿੰਨੀ ਹੈ 10 ਹੈ ਪਲੱਸ 20 ਡਿਵਾਈਡ ਬਾਈ 2। ਹੁਣ 10 plus 20 ਕਿੰਨਾ ਵਾ 30 ਡਿਵਾਈਡ ਇਨ 2 ਨਾ ਕਰ ਦਿਓ, ਕਿੰਨਾ ਆ ਗਿਆ ਆਪਣੇ ਕੋਲੇ 15। ਇੱਥੇ ਆਪਾਂ ਨੂੰ ਵੈਸੇ ਐਗਜ਼ੈਕਟ ਪਤਾ ਲੱਗ ਗਈ ਸੀ ਇਹਦੀ ਵਿਚਕਾਰ ਵਾਲੀ ਵੈਲਿਊ ਕਿੰਨੀ ਆਊਗੀ 15, ਤੇ ਇਸ ਤਰੀਕੇ ਨਾਲ ਵੀ ਆਪਾਂ ਨੂੰ ਈਜ਼ੀਲੀ ਕਲੀਅਰ ਹੋ ਗਈ ਕਿੰਨੀ ਆਈ ਵੈਲਿਊ 15। ਨੈਕਸਟ ਹੈ ਕਲਾਸ ਫ੍ਰੀਕੁਐਂਸੀ। ਕਲਾਸ ਫ੍ਰੀਕੁਐਂਸੀ ਨੂੰ ਆਪਾਂ ਸ਼ੋ ਕਾਹਦੇ ਨਾਲ ਕਰਦੇ ਹਾਂ ਐਫ ਦੇ ਨਾਲ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਦੇ ਬਿਹਾਫ ਤੇ ਕੁਐਸਚਨ ਸਾਰੇ ਆਉਣਗੇ ਕੰਟੀਨਿਊਸ ਫ੍ਰੀਕੁਐਂਸੀ ਐਂਡ ਡਿਸਕ੍ਰੀਟ ਦੇ ਬਿਹਾਫ ਤੇ, ਕਿ ਕਿਹੜੀ ਕੰਟੀਨਿਊਸ ਹੈ, ਕਿਸ ਤਰੀਕੇ ਨਾਲ ਆਪਾਂ ਉਹਦੀ ਮਿਡ ਵੈਲਿਊ ਕੱਢਣੀ ਹੈ, ਕਿਹਨੂੰ ਕਲਾਸ ਇੰਟਰਵਲ, ਕਿਹਨੂੰ ਰੇਂਜ ਬੋਲਦੀ ਹੈ, ਰੇਂਜ ਦੇ ਫਾਰਮੂਲੇ ਆਉਣਗੇ, ਕੁਐਸਚਨਸ ਆਉਣਗੇ, ਠੀਕ ਹੈ, ਆਪਾਂ ਵੀਡੀਓਜ਼ ਦੇ ਵਿੱਚ ਕਰਾਂਗੇ।